प्यारे विद्यार्थियों, ਅੱਜ ਅਸੀਂ ਪਾਠ 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ ਪੜ੍ਹਨ ਜਾ ਰਹੇ ਹਾਂ। ਅਧਿਕਾਰ ਕੀ ਹਨ? ਮਨੁੱਖੀ ਵਿਕਾਸ ਲਈ ਕੁਝ ਸਹੂਲਤਾਂ ਦੀ ਲੋੜ ਹੈ। ਇਹ ਸਹੂਲਤਾਂ ਸਾਨੂੰ ਸਮਾਜ ਵਿੱਚੋਂ ਮਿਲ ਸਕਦੀਆਂ ਹਨ। ਇਹਨਾਂ ਸਹੂਲਤਾਂ ਨੂੰ ਹੀ ਅਧਿਕਾਰ ਕਿਹਾ ਜਾਂਦਾ ਹੈ। ਮੁੱਢਲੇ ਅਧਿਕਾਰ ਉਹ ਹਨ ਜੋ ਵਿਅਕਤੀ ਦੀ ਸਰੀਰਕ, ਮਾਨਸਿਕ, ਨੈਤਿਕ ਅਤੇ ਸੱਭਿਆਚਾਰਕ ਭਾਵ ਉਸ ਦੇ ਬਹੁਮੁਖੀ ਵਿਕਾਸ ਲਈ ਜ਼ਰੂਰੀ ਹਨ। ਮੌਲਿਕ ਅਧਿਕਾਰ ਉਹ ਹਨ ਜਿਨ੍ਹਾਂ ਨੂੰ ਦੇਸ਼ ਦੇ ਸਰਵਉੱਚ ਕਾਨੂੰਨ ਭਾਵ ਸੰਵਿਧਾਨ ਵਿੱਚ ਦਰਜ ਕੀਤਾ ਗਿਆ ਹੈ। ਇਹ ਮੁੱਢਲੇ ਅਧਿਕਾਰ ਅਨੁਛੇਦ 14 ਤੋਂ 32 ਤੱਕ ਸੰਵਿਧਾਨ ਵਿੱਚ ਦਰਜ ਹਨ। ਸ਼ੁਰੂ ਵਿੱਚ 6 ਮੌਲਿਕ ਅਧਿਕਾਰ ਸਾਡੇ ਭਾਰਤੀ ਨਾਗਰਿਕਾਂ ਨੂੰ ਦਿੱਤੇ ਗਏ ਸਨ। 7ਵਾਂ ਅਧਿਕਾਰ ਸੰਵਿਧਾਨ ਦੀ 86ਵੀਂ ਸੋਧ ਰਾਹੀਂ ਇਹ ਅਧਿਕਾਰ ਸਿੱਖਿਆ ਦਾ ਅਧਿਕਾਰ ਸੀ ਨੂੰ ਦਰਜ ਕੀਤਾ ਗਿਆ। ਬੱਚਿਓ, ਸਕਰੀਨ 'ਚ ਦੇਖ ਰਹੇ ਹੋ ਤੁਸੀਂ, ਪਹਿਲਾ ਸਮਾਨਤਾ ਦਾ ਅਧਿਕਾਰ, ਦੂਸਰਾ ਸੁਤੰਤਰਤਾ ਦਾ ਅਧਿਕਾਰ, ਤੀਸਰਾ ਸਿੱਖਿਆ ਦਾ ਅਧਿਕਾਰ, ਚੌਥਾ ਸ਼ੋਸ਼ਣ ਵਿਰੁੱਧ ਅਧਿਕਾਰ, ਪੰਜਵਾਂ ਧਾਰਮਿਕ ਸੁਤੰਤਰਤਾ ਦਾ ਅਧਿਕਾਰ, 6ਵਾਂ ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ, 7ਵਾਂ ਨੰਬਰ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ। ਬੇਟਾ, ਇਹ ਸੰਵਿਧਾਨ ਦੇ ਅਨੁਛੇਦ 14 ਤੋਂ 32 ਵਿੱਚ ਦਰਜ ਹਨ। ਸਭ ਤੋਂ ਪਹਿਲਾਂ ਆਪਾਂ ਸਮਾਨਤਾ ਦਾ ਅਧਿਕਾਰ ਬਾਰੇ ਪੜ੍ਹਾਂਗੇ। ਰਾਈਟ ਟੂ ਇਕੁਐਲਿਟੀ, ਇਹ ਬੇਟਾ 14 ਟੂ ਆਰਟੀਕਲ 18 ਵਿੱਚ ਦਰਜ ਕੀਤਾ ਗਿਆ ਹੈ। ਬੇਟਾ, ਸਮਾਨਤਾ ਦਾ ਅਧਿਕਾਰ ਕੀ ਹੈ? ਇਹ ਉਹ ਮੁੱਢਲਾ ਅਧਿਕਾਰ ਹੈ। ਇਸ ਅਧਿਕਾਰ ਅਨੁਸਾਰ ਸਾਰੇ ਵਿਅਕਤੀ ਕਾਨੂੰਨ ਦੇ ਸਾਹਮਣੇ ਬਰਾਬਰ ਹਨ। ਕਾਨੂੰਨ ਦੀ ਨਜ਼ਰ ਵਿੱਚ ਊਚ ਨੀਚ, ਅਮੀਰ ਗਰੀਬ, ਰੰਗ, ਨਸਲ, ਜਾਤ ਪਾਤ, ਜਨਮ ਆਦਿ ਦੇ ਆਧਾਰ 'ਤੇ ਕੋਈ ਵੀ ਭੇਦਭਾਵ ਨਹੀਂ ਹੋ ਸਕਦਾ। ਮੀਨਜ਼ ਕਾਨੂੰਨ ਸਾਹਮਣੇ ਸਾਰੇ ਨਾਗਰਿਕ ਬਰਾਬਰ ਹਨ। ਪਰ ਇਸ ਨਾਲ ਸਾਡਾ ਇਹ ਵੀ ਫਰਜ਼ ਬਣਦਾ ਹੈ, ਜਦੋਂ ਕਾਨੂੰਨ ਸਭ ਨੂੰ ਬਰਾਬਰ ਮੰਨਦਾ ਤਾਂ ਅਸੀਂ ਵੀ ਕਿਸੇ ਨਾਲ ਕਿਸੇ ਪ੍ਰਕਾਰ ਦਾ ਵਿਤਕਰਾ ਨਾ ਕਰੀਏ, ਕਿਸੇ ਨਾਲ ਛੂਤ-ਛਾਤ ਨਾ ਕਰੀਏ, ਕਿਸੇ ਨਾਗਰਿਕ ਨਾਲ ਰੰਗ, ਨਸਲ, ਜਾਤ ਅਤੇ ਲਿੰਗ ਦੇ ਆਧਾਰ 'ਤੇ ਵਿਤਕਰਾ ਨਾ ਕਰੀਏ। ਬੇਟਾ, ਸੈਕਿੰਡ ਅਧਿਕਾਰ ਹੈ ਸੁਤੰਤਰਤਾ ਦਾ ਅਧਿਕਾਰ, ਰਾਈਟ ਟੂ ਲਿਬਰਟੀ। ਇਹ ਬੇਟਾ ਸੰਵਿਧਾਨ ਦੇ ਆਰਟੀਕਲ 21 ਵਿੱਚ ਦਰਜ ਕੀਤਾ ਗਿਆ ਹੈ। ਸੁਤੰਤਰਤਾ ਦਾ ਅਧਿਕਾਰ ਨਾਗਰਿਕ ਦਾ ਦੂਜਾ ਮੁੱਢਲਾ ਅਧਿਕਾਰ ਹੈ। ਇਸ ਰਾਹੀਂ ਸਾਨੂੰ ਕਈ ਪ੍ਰਕਾਰ ਦੀਆਂ ਸੁਤੰਤਰਤਾਵਾਂ ਮਿਲੀਆਂ ਹੋਈਆਂ ਹਨ, ਜਿਵੇਂ ਭਾਸ਼ਣ ਦੇਣ ਦੀ ਸੁਤੰਤਰਤਾ, ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ, ਦੇਸ਼ ਵਿੱਚ ਕਿਤੇ ਵੀ ਘੁੰਮਣ ਫਿਰਨ ਦੀ ਸੁਤੰਤਰਤਾ, ਕਿਤੇ ਵੀ ਆਉਣ ਜਾਣ ਦੀ ਸੁਤੰਤਰਤਾ। ਇਹਨਾਂ ਤੋਂ ਇਲਾਵਾ ਪ੍ਰੈਸ ਦੀ ਸੁਤੰਤਰਤਾ ਅਤੇ ਕੋਈ ਵੀ ਕੰਮਕਾਰ ਅਪਣਾਉਣ ਦੀ ਸੁਤੰਤਰਤਾ ਆਦਿ ਅਧਿਕਾਰ ਮਿਲੇ ਹੋਏ ਹਨ। ਪਰ ਬੇਟਾ, ਇਹਨਾਂ ਅਧਿਕਾਰਾਂ ਦੇ ਨਾਲ ਨਾਲ ਸਾਡਾ ਇਹ ਵੀ ਫਰਜ਼ ਬਣਦਾ ਹੈ, ਜੇਕਰ ਸਾਨੂੰ ਇਸ ਪ੍ਰਕਾਰ ਦੀਆਂ ਸੁਤੰਤਰਤਾਵਾਂ ਮਿਲੀਆਂ ਹਨ ਤਾਂ ਅਸੀਂ ਦੂਜਿਆਂ ਦੀਆਂ ਸੁਤੰਤਰਤਾਵਾਂ ਦਾ ਵੀ ਖਿਆਲ ਰੱਖੀਏ। ਸਾਨੂੰ ਦੂਜਿਆਂ ਨੂੰ ਵੀ ਘੁੰਮਣ ਫਿਰਨ, ਵਿਚਾਰ ਪ੍ਰਗਟਾਉਣ, ਸੰਗ ਬਣਾਉਣ ਆਦਿ ਦਾ ਅਧਿਕਾਰ ਦੇਣਾ ਚਾਹੀਦਾ ਹੈ। ਬੇਟਾ, ਤੀਸਰੇ ਨੰਬਰ 'ਤੇ ਜਿਹੜਾ ਸਾਡਾ ਮੁੱਢਲਾ ਅਧਿਕਾਰ ਹੈ ਉਹ ਹੈ ਸਿੱਖਿਆ ਦਾ ਅਧਿਕਾਰ। ਬੇਟਾ, ਇਹ ਅਧਿਕਾਰ ਸੰਵਿਧਾਨ ਦੀ 86ਵੀਂ ਸੋਧ ਰਾਹੀਂ ਸਾਨੂੰ ਪ੍ਰਾਪਤ ਹੋਇਆ। 6 ਤੋਂ ਲੈ ਕੇ 14 ਸਾਲ ਦੇ ਹਰੇਕ ਬੱਚੇ ਲਈ ਮੁਫਤ
ਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ। ਇਸ ਨੂੰ ਅਮਲੀ ਰੂਪ ਦੇਣ ਲਈ ਲਾਜ਼ਮੀ ਤੇ ਮੁਫਤ ਸਿੱਖਿਆ ਦਾ ਅਧਿਕਾਰ ਐਕਟ 2009 ਪਾਸ ਕੀਤਾ ਗਿਆ। ਇਸ ਪ੍ਰਕਾਰ ਅਪ੍ਰੈਲ 2010 ਤੋਂ ਸਾਰੇ ਭਾਰਤ ਵਿੱਚ ਇਹ ਐਕਟ ਲਾਗੂ ਹੋ ਚੁੱਕਾ ਹੈ। ਹਰੇਕ ਭਾਰਤੀ ਬੱਚਾ ਜੋ 6 ਤੋਂ 14 ਸਾਲ ਆਯੂ ਗਰੁੱਪ ਵਿੱਚ ਆਉਂਦਾ ਹੈ ਮੁਫਤ ਤੇ ਲਾਜ਼ਮੀ ਮੁੱਢਲੀ ਸਿੱਖਿਆ ਪ੍ਰਾਪਤ ਕਰ ਸਕਦਾ ਹੈ। ਬੇਟਾ ਇਹ ਸੀ ਸਿੱਖਿਆ ਦਾ ਅਧਿਕਾਰ। ਨੈਕਸਟ ਹੈ ਸ਼ੋਸ਼ਣ ਵਿਰੁੱਧ ਅਧਿਕਾਰ, ਰਾਈਟ ਅਗੇਂਸਟ ਐਕਸਪਲਾਈਟੇਸ਼ਨ। ਬੇਟਾ ਸ਼ੋਸ਼ਣ ਵਿਰੁੱਧ ਅਧਿਕਾਰ ਕੀ ਹੈ? ਸ਼ੋਸ਼ਣ ਵਿਰੁੱਧ ਅਧਿਕਾਰ ਵਿੱਚ ਮਨੁੱਖ ਦਾ ਵਪਾਰ ਕਰਨ, ਵੇਤਨ ਦਿੱਤੇ ਬਿਨਾਂ ਉਸ ਤੋਂ ਕੰਮ ਕਰਵਾਉਣਾ ਅਤੇ ਦੂਜਿਆਂ ਤੋਂ ਜ਼ਬਰਦਸਤੀ ਕੰਮ ਕਰਾਉਣ ਦੀ ਮਨਾਹੀ ਹੈ। ਇਸ ਤੋਂ 14 ਸਾਲ ਦੇ ਛੋਟਿਆਂ ਬੱਚਿਆਂ ਤੋਂ ਕਿਸੇ ਪ੍ਰਕਾਰ ਦੀ ਮਜ਼ਦੂਰੀ ਨਹੀਂ ਕਰਵਾਈ ਜਾ ਸਕਦੀ। ਉਸ ਤੋਂ ਇਲਾਵਾ ਇਸਤਰੀਆਂ ਤੋਂ ਵੀ ਕਿਸੇ ਪ੍ਰਕਾਰ ਦਾ ਵੀ ਕੋਈ ਜ਼ਬਰਦਸਤੀ ਕੰਮ ਨਹੀਂ ਲਿਆ ਜਾ ਸਕਦਾ। ਪਰ ਸਾਡਾ ਇਸ ਨਾਲ ਇਹ ਵੀ ਕਰਤੱਵ ਹੈ ਕਿ ਅਸੀਂ ਕਿਸੇ ਪ੍ਰਕਾਰ ਦਾ ਮਨੁੱਖੀ ਸ਼ੋਸ਼ਣ ਨਾ ਕਰੀਏ। ਕੰਮ ਬਦਲੇ, ਤਨਖਾਹ ਪੱਖੋਂ, ਕੰਮ ਦੇ ਘੰਟਿਆਂ ਪੱਖੋਂ ਅਤੇ ਧਰਮ, ਨਸਲ, ਜਾਤੀ, ਲਿੰਗ ਆਦਿ ਪੱਖੋਂ ਕੋਈ ਵੀ ਵਿਤਕਰਾ ਨਾ ਕਰੀਏ। ਬੇਟਾ ਅੱਗੇ ਹੈ ਧਾਰਮਿਕ ਸੁਤੰਤਰਤਾ ਦਾ ਅਧਿਕਾਰ। ਇਹ ਅਧਿਕਾਰ ਸਾਨੂੰ ਅਨੁਛੇਦ 25 ਸੰਵਿਧਾਨ ਦੀ ਅਨੁਛੇਦ 25 ਵਿੱਚ ਦਰਜ ਹੈ। ਧਾਰਮਿਕ ਸੁਤੰਤਰਤਾ ਦੇ ਅਧਿਕਾਰ ਕੀ ਹੈ? ਸਭ ਤੋਂ ਮਹੱਤਵਪੂਰਨ ਇਹ ਅਧਿਕਾਰ ਹੈ। ਇਹ ਅਧਿਕਾਰ ਸਭ ਨੂੰ ਕੋਈ ਧਰਮ ਅਪਣਾਉਣ, ਮੰਨਣ, ਪ੍ਰਚਾਰ ਕਰਨ ਅਤੇ ਧਾਰਮਿਕ ਸਥਾਨ ਬਣਾਉਣ ਦੀ ਆਜ਼ਾਦੀ ਦਿੰਦਾ ਹੈ। ਅਸੀਂ ਕਿਸੇ ਵੀ ਧਰਮ ਨੂੰ ਅਪਣਾ ਸਕਦੇ ਹਾਂ, ਕਿਸੇ ਵੀ ਧਰਮ ਨੂੰ ਮੰਨ ਸਕਦੇ ਹਾਂ। ਕਿਸੇ ਸਾਡੇ 'ਤੇ ਕੋਈ ਵੀ ਧਰਮ ਜ਼ਬਰਦਸਤੀ ਥੋਪ ਨਹੀਂ ਸਕਦਾ। ਚਾਹੇ ਅਸੀਂ ਮੰਦਰ ਜਾਈਏ, ਚਾਹੇ ਗੁਰਦੁਆਰੇ, ਚਾਹੇ ਚਰਚ, ਚਾਹੇ ਮਸਜਿਦ, ਸਾਨੂੰ ਕੋਈ ਵੀ ਇਸ ਤੋਂ ਰੋਕ ਨਹੀਂ ਸਕਦਾ। ਪਰ ਸਾਡਾ ਨਾਲ ਇਹ ਵੀ ਕਰਤੱਵ ਬਣਦਾ ਹੈ ਕਿ ਸਾਨੂੰ ਸਾਰੇ ਧਰਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਸਾਨੂੰ ਕਿਸੇ ਵੀ ਧਾਰਮਿਕ ਸਥਾਨ ਦਾ ਅਪਮਾਨ ਨਹੀਂ ਕਰਨਾ ਚਾਹੀਦਾ। ਬੇਟਾ ਨੈਕਸਟ 6ਵਾਂ ਅਧਿਕਾਰ ਜੋ ਮਿਲਿਆ ਹੋਇਆ ਸੰਵਿਧਾਨ ਵੱਲੋਂ ਉਹ ਹੈ ਸੱਭਿਆਚਾਰਕ ਅਤੇ ਵਿੱਦਿਅਕ ਅਧਿਕਾਰ। ਇਸ ਅਧਿਕਾਰ ਅਧੀਨ ਹਰੇਕ ਨਾਗਰਿਕ ਜਾਂ ਸਮੁਦਾਇ ਨੂੰ ਆਪਣੀ ਭਾਸ਼ਾ, ਲਿਪੀ ਜਾਂ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਜਾਂ ਉਸ ਦਾ ਪ੍ਰਚਾਰ ਕਰਨ ਦਾ ਅਧਿਕਾਰ ਹੈ। ਸਰਕਾਰੀ ਵਿੱਦਿਅਕ ਸੰਸਥਾਵਾਂ ਵਿੱਚ ਕਿਸੇ ਨੂੰ ਵੀ ਰੰਗ, ਨਸਲ, ਜਾਤ ਅਤੇ ਧਰਮ ਦੇ ਆਧਾਰ 'ਤੇ ਦਾਖਲਾ ਲੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੀ ਐਗਜ਼ਾਮਪਲ ਸਾਡਾ ਸਕੂਲ ਵੀ ਹੈ। ਸਾਡੇ ਸਕੂਲ ਵਿੱਚ ਹਰ ਧਰਮ, ਹਰ ਜਾਤ, ਹਰ ਨਸਲ ਦਾ ਜਿਹੜਾ ਵਿਦਿਆਰਥੀ ਪੜ੍ਹਦਾ ਹੈ, ਕਿਸੇ ਨੂੰ ਵੀ ਉਸ ਨੂੰ ਦਾਖਲਾ ਲੈਣ ਤੋਂ ਨਹੀਂ ਰੋਕਿਆ ਜਾ ਸਕਦਾ। ਕਿਸੇ ਵੀ ਭਾਸ਼ਾ ਵਿੱਚ ਕੋਈ ਵੀ ਵਿਦਿਆਰਥੀ ਵਿੱਦਿਆ ਪ੍ਰਾਪਤ ਕਰ ਸਕਦਾ ਹੈ। ਪਰ ਨਾਲ ਸਾਡਾ ਇਹ ਵੀ ਫਰਜ਼ ਬਣਦਾ ਹੈ ਕਿ ਅਸੀਂ ਦੂਸਰਿਆਂ ਦੀ ਭਾਸ਼ਾ, ਲਿਪੀ, ਬੋਲੀ ਅਤੇ ਧਰਮ ਦਾ ਵੀ ਸਤਿਕਾਰ ਕਰੀਏ। ਸਰਕਾਰੀ ਸੰਸਥਾਵਾਂ ਵੱਲੋਂ ਸਹਾਇਤਾ ਦੇਣ ਸਮੇਂ ਵਿਤਕਰਾ ਨਾ ਕਰੀਏ। ਬੇਟਾ ਨੈਕਸਟ ਹੈ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ। ਇਹ ਵੀ ਸਾਡਾ ਬਹੁਤ ਮਹੱਤਵਪੂਰਨ ਮੌਲਿਕ ਅਧਿਕਾਰ ਹੈ। ਇਹ ਅਧਿਕਾਰ ਸਾਨੂੰ ਆਪਣੇ ਅਧਿਕਾਰਾਂ ਦੀ ਸੁਰੱਖਿਆ ਦਾ ਗਿਆਨ ਕਰਵਾਉਂਦਾ ਹੈ। ਇਸ ਅਧਿਕਾਰ ਵਿੱਚ ਇਹ ਅੰਕਿਤ ਕੀਤਾ ਗਿਆ ਹੈ ਕਿ ਤੁਸੀਂ ਸੰਵਿਧਾਨਕ ਤੌਰ 'ਤੇ ਤੁਹਾਡਾ ਕੋਈ ਵੀ ਅਧਿਕਾਰ ਤੁਹਾਡੇ ਤੋਂ ਖੋ ਨਹੀਂ ਸਕਦਾ। ਜੇਕਰ ਕੋਈ ਵੀ ਤੁਹਾਡੇ ਉਪਰੁਕਤ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਜਾਂ ਤੁਹਾਨੂੰ ਅਧਿਕਾਰਾਂ ਨੂੰ ਮਾਨਣ ਵਿੱਚ ਕੋਈ ਰੋਕ ਲਾਉਂਦਾ ਹੈ ਤਾਂ ਤੁਸੀਂ ਨਿਆਂਪਾਲਿਕਾ ਦੀ ਸ਼ਰਨ ਲੈ ਸਕਦੇ ਹੋ। ਬੇਟਾ ਇਹ ਪਿਕਚਰ ਵਿੱਚ ਸੁਪਰੀਮ ਕੋਰਟ ਦੀ ਪਿਕਚਰ ਦਿਖਾਈ ਗਈ ਹੈ, ਜਿਹੜੀ ਸਾਡੀ ਭਾਰਤ ਦੀ ਸਰਵਉੱਚ ਨਿਆਂਪਾਲਿਕਾ ਹੈ। ਉਸ ਤੋਂ ਥੱਲੇ ਹਾਈ ਕੋਰਟ ਹੈ, ਫਿਰ ਜ਼ਿਲ੍ਹਾ ਅਦਾਲਤਾਂ ਹੈ, ਫਿਰ
ਤਹਿਸੀਲ ਲੈਵਲ 'ਤੇ ਅਦਾਲਤਾਂ ਆ ਜਾਂਦੀਆਂ। ਜੇਕਰ ਸਾਡੇ ਅਧਿਕਾਰਾਂ ਵਿੱਚ ਕੋਈ ਰੋਕ ਲਗਾਉਂਦਾ ਹੈ, ਉਲੰਘਣਾ ਕਰਦਾ ਹੈ, ਤਾਂ ਅਸੀਂ ਇਹਨਾਂ ਅਦਾਲਤਾਂ ਦੀ ਸ਼ਰਨ ਵਿੱਚ ਜਾ ਸਕਦੇ ਹਾਂ। ਬੇਟਾ, ਇਹ ਪਾਠ ਨੂੰ ਤੁਸੀਂ ਚੰਗੀ ਤਰ੍ਹਾਂ ਲਰਨ ਕਰ ਲੈਣਾ ਅਤੇ ਇਸ ਦੇ ਅਭਿਆਸ ਪ੍ਰਸ਼ਨ ਵੀ ਕਰਨੇ ਹਨ। ਧੰਨਵਾਦ। ਥੈਂਕ ਯੂ।